ਸਤਿ ਸ਼੍ਰੀ ਅਕਾਲ। ਮਰਵਾਹਾ ਵੀਡੀਓ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਕੁਝ ਦਿਨ ਪਹਿਲਾਂ ਸਿੰਘੂ ਬਾਰਡਰ ਤੇ ਜੋ ਘਟਨਾ ਵਾਪਰੀ, ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦਾ ਵਾਸੀ ਲਖਬੀਰ ਸਿੰਘ ਦਲਿਤ ਮਜ਼ਦੂਰ ਸੀਗਾ। ਗੱਲਾਂ ਕਈ ਉੱਠ ਰਹੀਆਂ ਨੇ। ਕੋਈ ਕਿਹਾ ਜਾ ਰਿਹਾ ਉਹਨੇ ਸਰਬਲੋ ਗ੍ਰੰਥ ਦੀ ਬੇਅਦਬੀ ਕੀਤੀ ਤੇ ਉਹਨੂੰ ਸੋਧਾ ਲਾ ਦਿੱਤਾ ਗਿਆ। ਪਿੰਡ ਦੇ ਵਿੱਚ ਉਹਦਾ ਸੰਸਕਾਰ ਨਹੀਂ ਹੋਣ ਦਿੱਤਾ ਗਿਆ। ਲਖਬੀਰ ਸਿੰਘ ਦੇ ਭੋਗ ਪਾਉਣ 'ਤੇ ਵੀ ਪਿੰਡ ਵਾਲੇ ਉੱਥੇ ਕੁਝ ਉਹਦੇ ਹੱਕ 'ਚ ਨੇ, ਕੁਝ ਲੋਕ ਜਿਹੜੇ ਨਿਹੰਗ ਜਥੇਬੰਦੀਆਂ ਦੇ ਹੱਕ 'ਚ ਨੇ ਇਸ 'ਤੇ ਇਤਰਾਜ਼ ਕਰ ਰਹੇ ਨੇ। ਸੋ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਭਾਰਤੀ ਸ਼ੋਸ਼ਿਤ ਸਮਾਜ ਸੰਘਰਸ਼ ਸੰਗਠਨ ਦੀ ਚੇਅਰਪਰਸਨ ਜਸਵਿੰਦਰ ਕੌਰ। ਜਸਵਿੰਦਰ ਕੌਰ ਇੰਪੋਰਟੈਂਟ ਕਿਉਂ ਹੋ ਜਾਂਦੇ ਨੇ? ਕਿਉਂਕਿ ਹਾਲ ਹੀ ਵਿੱਚ ਪਰਸੋਂ ਹੀ ਉਹ ਲਖਬੀਰ ਸਿੰਘ ਦੇ ਘਰ ਜਾ ਕੇ ਆਏ ਨੇ। ਪਿੰਡ ਦੇ ਸਰਪੰਚ ਨਾਲ ਉਹਨਾਂ ਦੀ ਫੋਨ 'ਤੇ ਗੱਲਬਾਤ ਹੋਈ ਹੈ ਅਤੇ ਉਹਦੀ ਘਰਵਾਲੀ ਨੂੰ ਵੀ ਮਿਲ ਕੇ ਆਏ ਨੇ। ਸੋ ਜਸਵਿੰਦਰ ਕੌਰ ਜੀ, ਤੁਹਾਡਾ ਮਰਵਾਹਾ ਵੀਡੀਓ ਚੈਨਲ 'ਤੇ ਸਵਾਗਤ ਹੈ ਜੀ। ਸਾਰੇ ਦਰਸ਼ਕਾਂ ਨੂੰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ ਜੀ। ਸੋ ਸਭ ਤੋਂ ਪਹਿਲਾ ਸਵਾਲ ਜਿਹੜਾ ਮੈਨੂੰ ਤੁਹਾਨੂੰ ਇਹੀ ਹੈ ਕਿ ਤੁਸੀਂ ਪਰਸੋਂ ਲਖਬੀਰ ਸਿੰਘ ਦੇ ਘਰ ਜਾ ਕੇ ਆਏ ਹੋ, ਕੀ ਕਹਿਣਾ ਚਾਹੋਗੇ? ਕੀ ਜੋ ਉਹਦੇ ਨਾਲ ਹੋਇਆ, ਪਿੰਡ ਦੇ ਲੋਕਾਂ ਦਾ ਕੀ ਕਹਿਣਾ ਹੈ? ਉਹਦਾ ਦਲਿਤ ਹੋਣਾ ਇਸ 'ਚ ਕਿੰਨਾ ਕੁ ਮਾਇਨੇ ਰੱਖਦਾ ਹੈ? ਇੱਦਾਂ ਹੈ ਮਰਵਾਹਾ ਸਾਹਿਬ, ਅਸੀਂ ਜਿੰਨੀਆਂ ਇਸ ਦੇਸ਼ ਦੇ ਵਿੱਚ ਵੱਡੀਆਂ ਐਟਰੋਸਿਟੀ ਹੁੰਦੀਆਂ ਉਸ ਦੇ ਵਿੱਚ ਸਾਡਾ ਸਮਾਜਿਕ ਸੰਗਠਨ ਉਹਦੇ ਵਿੱਚ ਅਸੀਂ ਆਪਣੀ ਪੂਰਨ ਤੌਰ 'ਤੇ ਆਪਣੀ ਭੂਮਿਕਾ ਰੱਖਦੇ ਹਾਂ ਔਰ ਖੁਦ ਜਾ ਕੇ ਉਸ ਨੂੰ ਹੈਂਡਲ ਕਰਦੇ ਹਾਂ। ਕਿਉਂਕਿ ਜਿਹੜੀ ਉਸ ਗਰੀਬ, ਸਭ ਤੋਂ ਪਹਿਲਾਂ ਤਾਂ ਗਰੀਬ ਬਹੁਤ ਸੀ ਉਹ, ਜਿਹੜਾ ਸਾਨੂੰ ਸਭ ਤੋਂ ਬੜਾ ਦੁੱਖ ਹੈ ਕਿਉਂਕਿ ਗਰੀਬ ਨੂੰ ਕੋਈ ਵੀ ਮਾਰ ਸਕਦਾ। ਅੱਜ ਦਾ ਸਮਾਂ ਇੱਦਾਂ ਦਾ ਹੈ। ਜਦੋਂ ਅਗਰ ਇਹ ਗਰੀਬ ਨਾ ਹੁੰਦਾ, ਮੈਂ ਉਹਦੇ ਪਿੰਡ ਗਈ ਜਦੋਂ, ਮੇਰੀ ਬਣ ਕੇ ਸਰਪੰਚ ਸਾਹਿਬ ਦੇ ਨਾਲ 4-5 ਦਿਨ ਪਹਿਲਾਂ ਸਾਡਾ ਉੱਥੇ ਇੱਕ ਆਪਣੇ ਸੰਗਠਨ ਦਾ ਇੱਕ ਵਰਕਰ ਹੈ, ਉੱਥੇ ਸਾਡਾ ਵਿੰਗ ਹੈ, ਸਾਡੇ ਮਾਝਾ ਜ਼ੋਨ ਦੇ ਇੰਚਾਰਜ ਹੈ ਸਤਨਾਮ ਸਿੰਘ ਜੀ। ਮੈਂ ਉਹਨਾਂ ਨੂੰ ਕਿਹਾ ਤੁਸੀਂ ਉਹਨਾਂ ਦੇ ਪਿੰਡ ਜਾ ਕੇ ਆਓ ਔਰ ਮੈਨੂੰ ਉਹਦੇ ਫਾਦਰ ਨਾਲ, ਉਹਦੇ ਬਾਪੂ ਜੀ ਨਾਲ ਮੇਰੀ ਗੱਲ ਕਰਾਓ। ਜਦੋਂ ਪਿੰਡ ਗਿਆ ਤਾਂ ਉੱਥੇ ਸਰਪੰਚ ਸਾਹਿਬ ਵੀ ਆ ਗਏ ਅਤੇ ਸਾਡੀ ਗੱਲਬਾਤ ਹੋਈ ਅਤੇ ਮੈਨੂੰ ਸਰਪੰਚ ਸਾਹਿਬ ਨੇ ਖੁਦ ਕਿਹਾ, ਸੋਨੂ ਜੀ, ਮੋਨੂ ਜੀ, ਉਹ 2 ਸਕੇ ਭਰਾ ਹੈ, ਜੋ ਆਈ ਥਿੰਕ ਮੋਨੂ ਜੀ ਉੱਥੇ ਦੇ ਸਰਪੰਚ ਹੈ। ਉਹਨਾਂ ਨੂੰ ਮੈਂ ਕਿਹਾ ਵੀ ਬੜੀ ਦੁਖਦਾਈ ਘਟਨਾ ਹੈ ਇਹ, ਖਾਸ ਕਰ ਇਸ ਕਰਕੇ ਵੀ ਬਹੁਤ ਅਸੀਂ ਇਸ ਨੂੰ ਦੁਖਦਾਈ ਕਰਦੇ ਹਾਂ ਕਿਉਂਕਿ ਉਹ ਅਨੁਸੂਚਿਤ ਜਾਤੀ ਦਲਿਤ ਸਮਾਜ ਦੇ ਨਾਲ ਸੰਬੰਧਿਤ ਮਜ਼ਦੂਰ ਸੀਗਾ। ਔਰ ਉਹਨਾਂ ਨੇ ਮੈਨੂੰ ਸਪੈਸ਼ਲ, ਜਦੋਂ ਮੈਂ ਉਹਦੇ ਫਾਦਰ ਸਾਹਿਬ ਨਾਲ ਵੀ ਫੋਨ 'ਤੇ ਗੱਲ ਕੀਤੀ, ਸਤਨਾਮ ਜੀ ਦੇ ਫੋਨ ਤੋਂ ਮੇਰੀ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਮੈਡਮ ਸਾਡੇ ਪਿੰਡ ਦੇ ਉੱਤੇ ਬਹੁਤ ਵੱਡਾ ਕਲੰਕ ਲੱਗ ਗਿਆ, ਅਸੀਂ ਇਸ ਕਲੰਕ ਨੂੰ ਮਿਟਾਉਣਾ ਚਾਹੁੰਦੇ ਹਾਂ, ਖ਼ਤਮ ਕਰਨਾ ਚਾਹੁੰਦੇ ਹਾਂ। ਅਤੇ ਮੈਂ ਕਿਹਾ ਵੀ ਸਾਡੀ ਜੋ ਸੰਗਠਨ ਆ, ਅਸੀਂ ਇਸ ਇਸ਼ੂ ਨੂੰ ਲੈ ਕੇ ਵੱਡੇ ਪੈਮਾਨੇ, ਇੱਕ ਤਰ੍ਹਾਂ ਦੀ ਇਹ ਮੌਬ ਲਿੰਚਿੰਗ ਆ। ਇਹ ਮੌਬ ਲਿੰਚਿੰਗ ਮੈਂ ਇਸ ਕਰਕੇ ਕਹਿੰਦੀ ਹਾਂ ਕਿ ਇੱਕ ਬੰਦਾ ਹੈ ਜਿਸ ਨੂੰ ਪਤਾ ਹੀ ਨਹੀਂ ਹੈ ਕੁਛ, ਉਸ ਨੂੰ ਉੱਥੇ 'ਤੇ ਲਿਆ ਜਾਂਦਾ ਹੈ, ਉਸ ਨੂੰ ਪ੍ਰੀ ਪਲਾਨ ਲਿਆਂਦਾ ਜਾਂਦਾ ਹੈ। ਪ੍ਰੀ ਪਲਾਨ ਲਿਆ ਕੇ ਉਹ ਇੱਕ ਸੀਨ ਕ੍ਰੀਏਟਰ ਹੈ, ਉਹ ਸੀਨ ਕ੍ਰੀਏਟ ਕੀਤਾ ਗਿਆ ਅਤੇ ਉਸ ਬੰਦੇ ਨੂੰ ਮਾਰ ਦਿੱਤਾ ਗਿਆ। ਕੀ ਕਹਿੰਦੇ ਹੋ ਤੁਸੀਂ, ਜਿੱਦਾਂ ਤੁਸੀਂ ਕਹਿ ਰਹੇ ਹੋ ਮੌਬ ਲਿੰਚਿੰਗ ਹੈ, ਪ੍ਰੀ ਪਲਾਨਡ ਹੈ, ਕੀ ਕਿਸਾਨੀ ਸੰਘਰਸ਼ ਨੂੰ ਫੇਲ ਕਰਨ ਦੀ ਸਾਜ਼ਿਸ਼ ਦਾ ਇੱਕ ਹਿੱਸਾ? ਦੇਖੋ ਸਰ, ਮਜ਼ਦੂਰ ਦਾ ਔਰ ਕਿਸਾਨ ਦਾ ਤਾਂ ਪਹਿਲਾਂ ਹੀ ਕੋਈ ਮੇਲ ਨਹੀਂ ਹੈਗਾ। ਕੋਈ ਕਿਸਾਨੀ ਅੰਦੋਲਨ ਨੂੰ ਖ਼ਤਮ ਕਰਨ ਦੀ ਕੋਈ ਨਹੀਂ, ਕਿਉਂਕਿ ਕਿਸਾਨੀ ਅੰਦੋਲਨ, ਤੁਸੀਂ ਮੇਰੇ ਨਾਲ ਚਲੋ, 2-2 ਬੰਦੇ ਬੈਠੇ ਆ ਉੱਥੇ, ਮੇਰੇ ਨਾਲ 100-100 ਘਰ ਬਣਾਈ ਬੈਠੇ ਆ। ਜਿਹੜੇ ਕਿਸਾਨ ਦੇ ਬੜੇ ਨੇਤਾ ਹੈ, ਸੰਯੁਕਤ ਕਿਸਾਨ ਮੋਰਚਾ 31 ਮੇਰੇ ਖਿਆਲ ਆਗੂ 31 ਜਥੇਬੰਦੀਆਂ ਦਾ ਉਹ ਲੀਡ, ਸਾਂਝੀ ਜਥੇਬੰਦੀ ਹੈ ਸੰਯੁਕਤ ਕਿਸਾਨ ਮੋਰਚਾ। ਉਹ ਤੋਂ ਬਾਅਦ ਸੰਯੁਕਤ ਮਜ਼ਦੂਰ ਕਿਸਾਨ ਮੋਰਚਾ ਆ ਗਿਆ। ਉਹ 31 ਜਥੇਬੰਦੀਆਂ ਦੇ ਵਿੱਚ ਤੁਸੀਂ ਮੈਨੂੰ ਇੱਕ ਸ਼ਡਿਊਲ ਕਾਸਟ ਲੀਡਰ ਦਿਖਾਓ। ਯੋਗਿੰਦਰ ਯਾਦਵ ਜੀ ਉਹ ਐਕਟਿਵਿਸਟ ਹੈ, ਇਸ ਕਰਕੇ ਉਹਨਾਂ ਨੂੰ ਲਿਆ ਗਿਆ ਕਿ ਚਲੋ ਉਹ ਥੋੜ੍ਹੇ, ਯੋਗਿੰਦਰ ਯਾਦਵ ਜੀ ਕੱਛਾ ਚਿਹਰਾ ਵੀ ਹੈ, ਉਹਨਾਂ ਨੂੰ ਯਾਦਵ ਸ਼ਡਿਊਲ ਕਾਸਟ ਤਾਂ ਨਹੀਂ ਹੁੰਦੇ? ਨਹੀਂ, ਉਹ ਵੀ ਸੀ ਚਾਹੁੰਦਾ। ਤੁਸੀਂ ਜਦੋਂ ਤੱਕ ਤੁਸੀਂ ਯੂਪੀ ਦੇ ਵਿੱਚ ਚਲੇ ਜਾਓ, ਯੂਪੀ ਦਾ ਯਾਦਵ ਵੀ ਸ਼ਡਿਊਲ ਕਾਸਟ 'ਤੇ ਅਤਿਆਚਾਰ ਕਰਦਾ ਹੈ। ਅੱਜ ਵੀ ਜੋ ਯੂਪੀ ਦਾ ਯਾਦਵ ਹੈ ਸ਼ਡਿਊਲ ਕਾਸਟ 'ਤੇ ਅਤਿਆਚਾਰ ਕਰਦਾ। ਅੱਛਾ, ਇਹ ਜਿਹੜੇ ਨਿਹੰਗ ਸਿੰਘ ਜ਼ਿੰਮੇਵਾਰੀ ਸ਼ਰੇਆਮ ਲੈ ਵੀ ਰਹੇ ਨੇ, ਇਹ ਵੀ ਅਨੁਸੂਚਿਤ ਜਾਤੀ ਜਾਂ ਦਲਿਤ ਹੈਗੇ ਨੇ? ਦੇਖੋ, ਅਗਰ ਤਾਂ ਤੁਸੀਂ ਨਿਹੰਗ ਸਿੰਘ ਦੀ ਗੱਲ ਕਰਦੇ ਹੋ, ਅਗਰ ਗੁਰੂ ਜੀ ਦੀ ਲਾਡਲੀ ਫੌਜ ਦੀ ਗੱਲ ਕਰਦੇ ਹੋ, ਉਹਨਾਂ ਨੇ ਕਲੀਅਰ ਕਹਿ ਕੇ ਤੁਸੀਂ ਨਿਹੱਥੇ 'ਤੇ ਵਾਰ ਨਹੀਂ ਕਰਨਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਲਸਫਾ ਹੈ। ਮੈਂ ਉਹਨਾਂ ਦੀ ਵਿਚਾਰਧਾਰਾ ਨੂੰ ਬਹੁਤ ਡੀਪਲੀ ਪੜ੍ਹਿਆ। ਜਿਸ ਗੱਲ ਦੀ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ, ਕਿਆ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਚੱਲਦੇ ਆ ਲੋਕ? 1920 ਦੇ ਵਿੱਚ ਜਦੋਂ ਗੁਰਦੁਆਰਾ ਪ੍ਰਬੰਧਕ ਐਕਟ ਬਣਿਆ, ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਹੈ, ਉਸ ਦੇ ਤਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚਲਾਇਆ ਗਿਆ।
ਲੋਕਾਂ ਦੇ ਵਿੱਚ ਵਿਚਾਰਧਾਰਾ ਤੋਂ ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀ ਆ। ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਪੜ੍ਹ ਲਓ, ਉਹਦੇ ਵਿੱਚ ਕਿਤੇ ਵੀ ਅਰਦਾਸ ਨਹੀਂ ਹੈ। 1920 ਤੋਂ ਬਾਅਦ ਅਰਦਾਸ ਦੀ ਡਿਵੈਲਪਮੈਂਟ ਹੁੰਦੀ ਹੈ। ਅਗਰ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਤਾਂ ਉਹਦੇ ਵਿੱਚ 6 ਗੁਰੂਆਂ ਦੀ ਬਾਣੀ ਹੈ, ਭਗਤਾਂ ਦੀ, ਪੱਠਾਂ ਦੀ, ਸੰਤਾਂ ਦੀ ਬਾਣੀ ਹੈ। ਉਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੰਡੀ ਦੀ ਵਾਰ ਨੂੰ ਲਿਖਿਆ, ਉਸ ਨੂੰ ਮੈਂ ਬਹੁਤ ਸੁਣਦੀ ਹਾਂ, ਪੜ੍ਹਦੀ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਫਰਨਾਮਾ ਲਿਖਿਆ। ਅਸੀਂ ਸਿੱਖ ਦੀ ਉਦਾਹਰਣ ਕਿਆ ਹੈ? ਸਭ ਤੋਂ ਪਹਿਲਾਂ ਤਾਂ ਸਿੱਖਣਾ। ਕਿਆ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ, 10 ਗੁਰੂਆਂ ਤੋਂ, ਗੁਰੂ ਰਵਿਦਾਸ ਜੀ, ਕਬੀਰ ਦੀ ਵਿਚਾਰਧਾਰਾ ਤੋਂ ਕਿਆ ਸਿੱਖਿਆ? BS4 ਜਿਹੜਾ ਤੁਹਾਡਾ ਸੰਗਠਨ ਹੈ ਉਹ ਕੀ ਸਮਝਦਾ ਹੈ ਕਿ ਵਾਕਈ ਹੀ, ਕਿਉਂਕਿ ਉਹ ਸੰਗਠਨ ਨੇ ਤੁਹਾਡੇ ਨੇ ਇਸ ਪੂਰੇ ਗਹਿਰਾਈ 'ਚ ਮਾਮਲੇ ਨੂੰ ਦੇਖਿਆ ਜਾ ਕੇ, ਵਾਕਈ ਹੀ ਉਹਨੂੰ ਬੇਅਦਬੀ ਕਰਨ ਦੀ ਸਜ਼ਾ ਮਿਲੀ ਤੇ ਕੀ ਉਹ ਜਾਇਜ਼ ਹੈ ਜਾਂ ਕਿਤੇ ਨਾ ਕਿਤੇ ਉਹਦੀ ਮੌਤ ਹੋਣ ਦਾ ਕਾਰਨ, ਹੱਤਿਆ ਹੈ, ਕਤਲ ਹੋਣ ਦਾ ਕਾਰਨ ਉਹਦਾ ਦਲਿਤ ਹੋਣਾ ਹੈ? ਦੇਖੋ, ਬਰਗਾੜੀ ਕਾਂਡ ਹੋਇਆ, ਬਰਗਾੜੀ ਦੇ ਵਿੱਚ SIT ਦੀ ਰਿਪੋਰਟ ਬਣਦੀ ਹੈ। ਕਿਆ ਬਰਗਾੜੀ ਕਾਂਡ ਦੇ ਉਹਨਾਂ ਜਗੀਰਦਾਰ ਰਿਆਸਤਦਾਰਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੇ ਕੋਈ ਸਜ਼ਾ ਦਿੱਤੀ ਹੈ? ਬਰਗਾੜੀ ਤੋਂ ਵੱਡਾ ਕਾਂਡ ਨਹੀਂ ਹੈ ਉਹ। ਜਿਹੜੇ ਰਸੂਖਦਾਰ ਹੈਗੇ ਨੇ, ਰਸੂਖਦਾਰ ਹੈ, ਸਰਕਾਰ ਦਾ ਹੱਥ ਸੀ ਉਸ 'ਚ। ਕਈ ਵਿਸ਼ਿਆਂ ਦੇ ਦਾਅਵੇ ਨਾਲ ਕਹਿੰਦੇ ਹੋਏ ਗੱਲ, ਬਿਲਕੁਲ ਕਹਿੰਦੇ। ਮੈਂ ਤੁਹਾਨੂੰ ਇਸ ਕਰਕੇ ਕਹਿੰਦੀ, ਹਜ਼ਾਰਾਂ ਕਰੋੜ ਰੁਪਈਆ ਇਸ ਦੇਸ਼ ਦੇ ਅੰਦਰ, ਲੱਖਾਂ ਕਰੋੜ ਰੁਪਇਆ ਇਸ ਦੇਸ਼ ਦੇ ਅੰਦਰ ਇੰਟੈਲੀਜੈਂਸ ਦਾ ਖਰਚਾ ਹੈ, ਜੋ ਕਾਊਂਟੇਬਿਲਟੀ ਨਹੀਂ ਹੈ, ਕਿਸੇ ਗਿਣਤੀ 'ਚ ਨਹੀਂ ਆਉਂਦਾ, ਕਿਸੇ ਗਿਣਤੀ 'ਚ ਨਹੀਂ ਆਉਂਦਾ। ਇੰਟੈਲੀਜੈਂਸ ਹਰ ਚੱਪੇ ਚੱਪੇ 'ਤੇ। ਇੰਟੈਲੀਜੈਂਸ ਦਾ ਕੰਮ ਕੀ ਹੈ? ਜਿਹੜੀ ਇੰਟੈਲੀਜੈਂਸ ਹੈ ਉਹਦਾ ਕੰਮ ਕੀ ਹੁੰਦਾ ਹੈ ਕਿ ਇੱਦਾਂ ਦੀਆਂ ਘਟਨਾਵਾਂ ਨੂੰ ਨਾ ਹੋਣ ਦੇਣਾ। ਇਹੀ ਇੰਟੈਲੀਜੈਂਸ ਹੈ ਕਿ ਤੁਸੀਂ ਗੁਪਤ ਤਰੀਕੇ ਦੇ ਨਾਲ ਸਰਕਾਰਾਂ ਨੂੰ ਦੱਸੋ ਤਾਂ ਕਿ ਇਹ ਘਟਨਾ ਟਾਲੀਆਂ ਜਾ ਸਕਣ। ਹੋਰ ਤੁਹਾਨੂੰ ਇੱਕ ਗੱਲ ਦੱਸਦੀ, ਡੇਲੀ ADGP ਇੰਟੈਲੀਜੈਂਸ ਹੁੰਦੇ ਆ ਜਿਹੜੇ, ਜਾਂ DGP ਇੰਟੈਲੀਜੈਂਸ ਹੈ, ਉਹ ਡੇਲੀ CM ਨੂੰ ਮਿਲਦੇ ਆ। ਡੇਲੀ ਹੀ ਚਰਚਾ ਹੁੰਦੀ, DGP ਮਿਲੇ ਨਾ ਮਿਲੇ, ਇੰਟੈਲੀਜੈਂਸ ਵਿੰਗ ਦਾ ਮੁਖੀ ਡੇਲੀ ਸਰਕਾਰ ਨੂੰ ਮਿਲਦਾ। ਬਰਗਾੜੀ ਕਾਂਡ ਹੋਇਆ ਕਿਉਂ? ਉੱਥੇ ਨੌਜਵਾਨ ਮਾਰੇ ਗਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਕੋਟਕਪੂਰਾ ਦੇ ਵਿੱਚ। ਉਹਦੇ 'ਚ ਵੀ ਪੀੜਤ ਕਈ ਦਲਿਤ ਨੇ, ਉਹ ਕਈ ਹੈ। ਦੇਖੋ, ਮਰਦਾ ਕੌਣ ਆ? ਦਲਿਤ, ਸ਼ਡਿਊਲ ਕਾਸਟ ਮਾਰਿਆ ਜਾਂਦਾ ਇਸ ਦੇਸ਼ ਦੇ ਵਿੱਚ। ਜਿੰਨੇ ਇਨ੍ਹਾਂ ਸਿੱਖ ਜਥੇਬੰਦੀਆਂ ਦੇ ਆਗੂ ਆ, ਚਾਹੇ ਤੁਸੀਂ ਬੁੱਢਾ ਦਲ ਦੇ ਆਗੂ ਲੈ ਲਓ ਜਾਂ ਤੁਸੀਂ ਤਰੁਣਾ ਦਲ ਦੇ SGPC, ਸਾਰੇ ਜਗੀਰਦਾਰਾਂ ਦੇ ਅੰਡਰ ਹੈ। ਜਗੀਰਦਾਰਾਂ ਦੀ ਫਸਟ ਔਰ ਸੈਕਿੰਡ ਲਾਈਨ ਆ ਜਿਹੜੀ, ਉਸ ਦੇ ਉੱਤੇ ਜਗੀਰਦਾਰ ਹੈ, ਜੱਟ ਕਹਿ ਲਓ ਤੁਸੀਂ, ਜੱਟ ਸੰਪਰਦਾਇ ਹੈ। ਉਸ ਤੋਂ ਸੈਕਿੰਡ ਨੰਬਰ 'ਤੇ ਵੀ ਜੱਟਾਂ ਦੀ ਆਪਣੀ ਬਣਾਈ ਹੋਈ ਕੁਛ ਸੁਸਾਇਟੀਆਂ, ਜਿਨ੍ਹਾਂ ਦੇ ਉਹ ਬੰਦਿਆਂ ਨੂੰ ਕਲੈਕਟਿਵਲੀ ਚੱਕ ਲੈਂਦੇ ਆ। ਥਰਡ ਨੰਬਰ 'ਤੇ ਫਿਰ ਆਉਂਦੀ ਆ, ਥਰਡ ਨੰਬਰ 'ਤੇ ਉੱਤੇ ਤੁਸੀਂ ਕੜਾਹ ਪ੍ਰਸ਼ਾਦ ਵੰਡਣ ਵਾਲਿਆਂ ਨੂੰ ਲਗਾ ਦਿੰਦੇ ਹੋ ਗੁਰੂ ਘਰਾਂ ਦੇ ਵਿੱਚ। ਫੋਰਥ ਨੰਬਰ ਦਾ ਬੰਦਾ ਹੀ ਤੁਸੀਂ ਦੇਖ ਲਓ, ਸਰੋਵਰ 'ਤੇ ਬੈਠਾ ਹੈ, ਝਾੜੂ ਮਾਰ ਰਿਹਾ, ਪੋਚਾ ਮਾਰ ਰਿਹਾ। ਕੁਛ ਲੋਕ ਆਪਣੀ ਮਰਿਆਦਾ ਦੇ ਤਹਿਤ ਸੇਵਾ ਕਰਨ ਜਾਂਦੇ ਆ। ਅੱਜ SGPC ਦੀ ਜੋ ਪ੍ਰਧਾਨ ਹੈ, 1920 ਦਾ ਜਿਹੜਾ ਗੁਰਦੁਆਰਾ ਪ੍ਰਬੰਧਕ ਐਕਟ ਆ, ਪਹਿਲਾਂ ਤਾਂ ਉਹਨੂੰ ਡਿਸਕਲੋਜ਼ ਕਰਨਾ ਹੈ ਕੀ ਆ। ਕੀ ਲੱਗਦਾ ਤੁਹਾਨੂੰ ਕਿ ਇਹ SGPC ਨੂੰ ਤੁਸੀਂ ਜ਼ਿੰਮੇਵਾਰ ਮੰਨਦੇ ਹੋ ਜਾਂ ਅਕਾਲ ਤਖਤ ਸਾਹਿਬ ਜ਼ਿੰਮੇਵਾਰ ਮੰਨਦੇ ਹੋ ਕਿ ਇਹ ਜਿਹੜਾ ਪਾੜਾ ਹੈਗਾ ਦਲਿਤ ਦਾ ਤੇ ਜਰਨਲ ਦਾ, ਇਹ ਵੱਧਦਾ ਹੀ ਜਾ ਰਿਹਾ? ਦੇਖੋ, ਇਸ ਕਲੀਅਰ ਕਹਿੰਦੇ ਆ ਜੀ, ਜੱਟ ਸਿੱਖ। ਅਗਰ ਜੱਟ ਹੈ ਤਾਂ ਸਿੱਖ ਨਹੀਂ, ਦਲਿਤ ਸਿੱਖ। ਅਗਰ ਉਹ ਦਲਿਤ ਹੈ, ਸਿੱਖ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 13 ਅਪ੍ਰੈਲ 1699 ਨੂੰ ਖਾਲਸਾ ਸਜਾਇਆ ਸੀ, ਖਾਲਸਾ ਪੰਥ। ਉਹਨਾਂ ਨੇ ਉਸੇ ਟਾਈਮ ਕਹਿ ਦਿੱਤਾ ਸੀ ਕਿ ਮੈਂ ਅੱਜ ਤੋਂ ਜਾਤ ਪਾਤ ਦਾ ਬੀਜ ਨਾਸ਼ ਕਰਕੇ ਖਾਲਸਾ, ਨਿਰੋਲ ਖਾਲਸ ਦੀ ਸਥਾਪਨਾ ਕਰੀ। ਕਿਆ ਅੱਜ ਜਿੰਨੇ ਜਥੇਦਾਰ ਹੈ, ਕਿਆ ਉਹਨਾਂ ਦੇ ਤੁਸੀਂ ਡਾਟੇ ਕਢਾ ਲਓ, ਕਿਆ ਉਹ ਆਪਣੀ ਜਾਤ ਨਹੀਂ ਲਿਖਦੇ? ਜਾਤੀ ਇਸ ਦੇਸ਼ ਦੀ ਮੁੱਖ ਪਰੰਪਰਾ ਹੈ। ਜਦੋਂ ਤੱਕ ਇਸ ਦੇਸ਼ ਦੇ ਅੰਦਰ ਜਾਤ ਨਹੀਂ ਖਤਮ ਹੁੰਦੀ, ਉਦੋਂ ਤੱਕ ਸਿੱਖ ਬਣ ਹੀ ਨਹੀਂ ਸਕਦਾ। ਰਾਜਨੀਤੀ ਕਰਨ ਲਈ ਇੱਕ ਵੱਡਾ ਹਥਿਆਰ ਹੈ ਜਾਤ। ਬਿਲਕੁਲ। ਸਿੱਖ ਜਥੇਬੰਦੀਆਂ ਜਿੰਨੀਆਂ, ਸਿੱਖ ਸੰਪਰਦਾਇ ਜਿੰਨੀਆਂ, ਜਿੰਨੇ ਡੇਰੇ ਆ, ਚਾਹੇ ਤੁਸੀਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਡੇਰੇ ਲਗਾ ਲਓ ਜਾਂ ਤੁਸੀਂ ਸਿੱਖ ਜਥੇਬੰਦੀਆਂ ਦੇ, ਈਵਨ ਕਿ ਸ਼੍ਰੀ ਅਕਾਲ ਤਖਤ ਦੀ ਇੱਕ ਮਰਿਆਦਾ ਹੈ, ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੀ ਇੱਕ ਮਰਿਆਦਾ ਹੈ। ਕਿਆ ਉੱਥੇ ਡੇਲੀ ਜਿਹੜੇ ਲੱਖਾਂ ਸੰਗਤ ਮੱਥੇ ਟੇਕਦੀ ਹੈ ਗੁਰੂ ਘਰ ਨੂੰ ਮੰਨ ਕੇ ਆਪਣੀ ਸ਼ਰਧਾ ਅਨੁਸਾਰ, ਕਿਆ ਉਹਨਾਂ ਸਾਰੇ ਲੱਖਾਂ ਲੋਕਾਂ ਨੂੰ ਸਰੋਪਾ ਸਾਹਿਬ ਪਾਏ ਜਾਂਦੇ ਆ? ਸਿਰਫ ਚੁਣਿੰਦਾ VIP ਲੋਕਾਂ ਨੂੰ ਕਿਉਂ ਪਾਏ ਜਾਂਦੇ? ਕਿਆ ਗੁਰੂ ਗ੍ਰੰਥ ਸਾਹਿਬ ਪਿਕ ਐਂਡ ਚੂਜ਼? ਬਿਲਕੁਲ।
ਪਿਕ ਐਂਡ ਚੂਜ਼ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ 'ਚ ਕਿੱਥੇ ਲਿਖਿਆ ਕਿ ਤੁਸੀਂ ਸਿਲੈਕਟਡ ਬੰਦਿਆਂ ਨੂੰ ਸਰੋਪਾ ਉਹ ਸਾਹਿਬ ਦੀ ਭੇਟ ਕਰੋ। ਸਰੋਪਾ ਉਹ ਸਾਹਿਬ ਦੀ ਵੀ ਇੱਕ ਪਰਿਭਾਸ਼ਾ ਹੈ ਬਈ ਜਦੋਂ ਤੁਸੀਂ ਮੁਆਫੀ ਦੇਣੀ ਹੈ ਉਦੋਂ ਸਰੋਪਾ ਸਾਹਿਬ ਅਕਾਲ ਤਖਤ ਤੇ ਪੈਂਦਾ ਕਿ ਅੱਜ ਤੈਨੂੰ ਉਹ ਚਿੱਟੇ ਵਾਈਟ ਕਲਰ ਗੁਰੂ ਉਹਦੇ ਸੜਕਾਂ ਦੇ ਕੋਈ ਪ੍ਰੋਗਰਾਮ ਹੋ ਰਿਹਾ ਉਹਦੇ 'ਚ ਪਾ ਦਿੰਦੇ ਆ। ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿੰਨੀ ਬੇਅਦਬੀ ਹੈ, ਬੇਅਦਬੀ ਦੀ ਗੱਲ ਕਰਦੇ ਆ। ਟਰਾਲੀ 'ਚ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੱਖਦੇ ਹੋ, ਸੜਕਾਂ ਦੇ ਉੱਤੇ ਲੈ ਜਾਂਦੇ ਹੋ, 5 ਖਾਲਸੇ ਸੱਜਦੇ ਆ। ਉਸ ਤੋਂ ਬਾਅਦ ਤੁਸੀਂ ਉਸ ਦਾ ਨਗਰ ਕੀਰਤਨ ਕੱਢਦੇ ਹੋ, ਉਸ ਦੇ ਉੱਤੇ ਕਿਆ ਉਹ ਸਾਰਾ ਮਰਿਆਦਾ ਤਹਿਤ ਹੈ। ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦੀ ਗੱਲ ਕਰਦੇ ਹਾਂ ਉਹ ਬਿਲਕੁਲ ਗੈਰ ਮਰਿਆਦਤ ਹੈ, ਕੋਈ ਮਰਿਆਦਾ ਨਹੀਂ ਰੱਖੀ ਜਾਂਦੀ। ਅੱਜ ਤੁਸੀਂ ਜਿੰਨੇ ਵੱਡੇ ਡੇਰੇ ਆ ਤੁਸੀਂ ਦੇਖੋ ਸੜਕਾਂ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਜਾਂਦਾ, ਉੱਥੇ ਲੋਕ ਉੱਥੇ ਖੜੇ ਹੁੰਦੇ ਆ, ਹੱਥ ਧੋਂਦੇ ਤੇ ਮੱਥਾ ਟੇਕਦੇ, ਲੰਗਰ ਛਕਦੇ ਆ। ਕਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿਰਫ ਇੱਕ ਕਮਾਈ ਦਾ ਸਾਧਨ ਬਣ ਕੇ ਰਹਿ ਗਏ? ਮਤਲਬ ਕੀ ਕਹੀਏ ਆਪਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਛ ਵੀ ਨਹੀਂ ਹੈਗਾ ਦੁਨੀਆ ਦੇ ਵਿੱਚ। ਉਹਨਾਂ ਦਾ ਵੀ ਸਹਾਰਾ ਲੈ ਰਹੇ ਨੇ ਸ਼ਰਾਰਤੀ ਅਨਸਰ ਤੇ ਇੱਦਾਂ ਆਪਣੀਆਂ ਸਾਜ਼ਿਸ਼ਾਂ ਕਰ ਰਹੇ ਨੇ। ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵੀ ਮਰਿਆਦਾ ਤਹਿਤ ਹੈ, ਉਸ ਦੇ ਉੱਪਰ ਅਸੀਂ ਸੰਵਿਧਾਨ ਨੂੰ ਮੰਨਦੇ ਜੋ ਡਾਕਟਰ BR ਅੰਬੇਡਕਰ ਸਾਹਿਬ ਨੇ ਬਣਾਇਆ ਸੀ। ਤੁਸੀਂ ਇੱਕ ਚੀਜ਼ ਸੋਚੋ, ਇਹਨਾਂ ਨੇ ਉਸ ਟਾਈਮ ਵੀ ਇਸੇ ਤਰ੍ਹਾਂ ਦੇ ਸੰਪਰਦਾਇਕ ਲੋਕਾਂ ਨੇ ਬੜੀ ਸਾਜ਼ਿਸ਼ ਰਚ ਕੇ ਬਾਬਾ ਸਾਹਿਬ ਨੂੰ ਵੀ ਸਿੱਖ ਨਹੀਂ ਬਣਨ ਦਿੱਤਾ ਸੀ। ਮਾਸਟਰ ਤਾਰਾ ਸਿੰਘ ਔਰ ਜੋ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਫਾਦਰ ਆ ਯਾਦਵਿੰਦਰ ਜੀ, ਉਹਨਾਂ ਨੇ ਉਸ ਟਾਈਮ ਵੀ ਬਾਬਾ ਸਾਹਿਬ ਨੂੰ ਸਿੱਖ ਨਹੀਂ ਬਣਨ ਦਿੱਤਾ। ਜਦੋਂ ਬਾਬਾ ਸਾਹਿਬ ਨੇ ਅੰਮ੍ਰਿਤਸਰ ਦੇ ਵਿੱਚ ਵਿਜ਼ਿਟ ਕੀਤਾ, ਗੋਲਡਨ ਟੈਂਪਲ ਸਾਹਿਬ ਗਏ ਉਹ, ਤਾਂ ਉਹਨਾਂ ਨੇ ਦੇਖਿਆ ਕਿ ਇੱਥੇ 2 ਲੰਗਰ ਪੰਗਤ ਸੀਗੀਆਂ, ਸ਼ਡਿਊਲ ਕਾਸਟਾਂ ਦੀ ਅਲੱਗ ਸੀ ਤੇ ਜਨਰਲ ਵਾਲਿਆਂ ਦੀ ਅਲੱਗ ਸੀ। ਬਾਬਾ ਸਾਹਿਬ ਨੇ ਚਿੱਠੀ ਲਿਖੀ ਹੈ, ਉਹ ਉਸ ਤੋਂ ਬਾਅਦ ਉਹ ਬਿਆਸਾ ਵਾਲੇ ਡੇਰੇ 'ਚ ਗਏ, ਉੱਥੇ ਵੀ 2 ਲੰਗਰ ਪੰਗਤ ਸੀ। ਤੇ ਉਹਨਾਂ ਨੇ ਕਿਹਾ ਵੀ ਮੈਂ ਕਿਉਂਕਿ ਬਾਬਾ ਸਾਹਿਬ ਸਿੱਖੀਜ਼ਮ ਤੋਂ ਪ੍ਰਭਾਵਿਤ ਸੀ, ਉਹਨਾਂ ਨੇ ਖਾਲਸਾ ਕਾਲਜ ਦੀ ਸਥਾਪਨਾ ਕੀਤੀ ਸੀ। ਤੁਸੀਂ ਜਾਓ ਬੰਬੇ ਦੇ ਵਿੱਚ, ਉਹਨਾਂ ਨੇ ਉੱਥੇ ਦਾ ਮੁਖੀ ਸਰਦਾਰ ਬਣਾਇਆ। ਜਦੋਂ ਬਾਬਾ ਸਾਹਿਬ ਆਏ ਇੱਥੋਂ ਨਿਰਾਸ਼ ਹੋ ਕੇ ਗਏ, ਉਸ ਤੋਂ ਬਾਅਦ ਉਹ ਬੁੱਧਿਜ਼ਮ ਨੂੰ ਪੜ੍ਹਿਆ ਤੇ ਬੁੱਧਿਜ਼ਮ ਇੱਕ ਇੰਟਲੈਕਚੁਅਲ ਹੈ ਤੋਂ ਦੀਪ ਉਹ ਕੋਈ ਧਰਮ ਨਹੀਂ ਹੈ, ਧਰਮ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਵਿਚਾਰਧਾਰਾ ਹੈ ਉਹ ਬਹੁਤ ਸਰਵਉੱਚ ਵੀ ਬਹੁਤ ਸੱਚੀ ਸੁੱਚੀ ਵਿਚਾਰਧਾਰਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਮਰਿਆਦਾ ਹੈ। ਕੋਈ ਵੀ ਅੱਜ ਦੀ ਸਿੱਖ ਜਥੇਬੰਦੀ ਹੈ ਕੋਈ ਮਰਿਆਦਾ ਤਹਿਤ ਨਹੀਂ ਚੱਲ ਰਹੀ ਕਿਤੇ ਵੀ। ਉਹਨਾਂ ਨੇ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈਗਾ ਕਿ ਤੁਸੀਂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਇਹ ਮਰਿਆਦਾ ਤੁਸੀਂ 1920 ਤੋਂ ਬਾਅਦ ਲੈ ਕੇ ਆਏ ਉਸ ਨੂੰ ਤੁਸੀਂ ਵਿਚਾਰ ਖਤਮ ਕਰ ਦਿੱਤਾ। ਇਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀ ਜ਼ਿੰਮੇਵਾਰ ਹੈ। ਜਸਵਿੰਦਰ ਜੀ ਕੀ ਕਹਿੰਦੇ ਹੋ ਵੀ ਅੱਜ ਤੱਕ ਇਹ ਜਿਹੜੀ ਹੈ ਪਾੜਾ ਜਿਹੜਾ ਜਾਤ ਪਾਤ ਦਾ ਗੁਰਬਾਣੀ ਵੀ ਕਹਿ ਰਹੀ ਹੈ, ਕਾਨੂੰਨ ਵੀ ਬਣੇ ਹੋਏ ਨੇ, ਫਿਰ ਵੀ ਖਤਮ ਨਹੀਂ ਹੋ ਪਾ ਰਿਹਾ, ਕਿਉਂ ਨਹੀਂ ਹੋ ਪਾ ਰਿਹਾ? ਤੇ ਤੁਹਾਨੂੰ ਲੱਗਦਾ ਕਦੀ ਹੋ ਪਾਏਗਾ ਪੰਜਾਬ 'ਚੋਂ ਜਾਂ ਦੇਸ਼ 'ਚੋਂ? ਦੇਖੋ ਬਿਲਕੁਲ ਨਹੀਂ ਹੋ ਪਾਏਗਾ। ਵਜ੍ਹਾ ਉਹਦੀ ਵਜ੍ਹਾ ਹੈ ਜਿਹੜੇ ਮੈਂ ਇਹਦੇ ਉੱਤੇ ਇੱਕ ਸਰਕਾਰ ਨੂੰ ਐਕਟ ਬਣਾਉਣਾ ਚਾਹੀਦਾ, ਚਾਹੇ ਸੈਂਟਰ ਸਰਕਾਰ ਹੈ ਚਾਹੇ ਸਟੇਟ ਦੀਆਂ ਸਰਕਾਰਾਂ। ਐਕਟ ਕਿਆ ਬਣਨਾ ਚਾਹੀਦਾ ਬਈ ਕੋਈ ਵੀ ਜਿਹੜਾ ਇਹਨਾਂ ਜਥੇਬੰਦੀਆਂ ਦਾ ਮੁਖੀ ਹੋਏਗਾ ਅਗਰ ਉਹਨੂੰ ਵੋਟ ਪਾਉਣ ਦਾ ਰਾਈਟ ਹੋ, ਲੇਕਿਨ ਉਹ ਕਿਸੇ ਵੀ ਸਪੈਸ਼ਲ ਪਰਸਨ ਨੂੰ ਬੁਲਾ ਕੇ VIP ਨਹੀਂ ਬਣਾਏਗਾ। ਅਗਰ ਜਾਤ ਪਾਤ ਰਹਿਣੀ ਹੈ ਰੱਖਣੀ ਹੈ ਤੁਸੀਂ, ਜਿਹੜਾ ਇਹ ਜਾਤ ਪਾਤ ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਤਮ ਕਰੀ ਹੈ ਤਾਂ ਤੁਸੀਂ ਆਪਣੇ ਆਪ ਨੂੰ ਜੱਟ ਕਿਉਂ ਲਿਖਦੇ ਹੋ? ਤੁਸੀਂ ਅਨੁਸੂਚਿਤ ਜਾਤੀ ਰਵਿਦਾਸੀਆ ਸਿੱਖ, ਕਬੀਰ ਪੰਥੀ ਸਿੱਖ, ਰਾਮਗੜੀਆ ਸਿੱਖ, ਗੁਰੂ ਗੋਬਿੰਦ ਸਿੰਘ ਦੇ ਫਲਸਫੇ ਨੂੰ ਤਾਂ SGPC ਨਹੀਂ ਮੰਨ ਰਹੀ। ਇਹ ਸਭ ਕੁਝ ਬਦਲਾਅ ਹੋਣਾ ਚਾਹੀਦਾ। ਇਹ ਅਗਰ ਕੌਨਸਟੀਟਿਊਸ਼ਨ ਹੈ ਤੁਹਾਨੂੰ 21 ਫੰਡਾਮੈਂਟਲ ਰਾਈਟ ਦਿੰਦੇ ਆ, ਕੌਨਸਟੀਟਿਊਸ਼ਨ ਆਰਟੀਕਲ 21 ਦੇ ਤਹਿਤ ਹੀ ਤੁਹਾਡੀ ਮਰਿਆਦਾ ਹੈ ਨਾ। ਉਹ ਹਰ ਇੱਕ ਨੂੰ ਨਿਰਪੱਖ ਧਰਮ ਨਿਰਪੇਖ ਲੋਕਤਾਂਤਰਿਕ ਹੱਕ ਨੇ ਉਹ ਬਿਲਕੁਲ ਡੈਮੋਕ੍ਰੈਟਿਕ। ਲੇਕਿਨ ਜਿਹੜਾ ਉਸ ਨੂੰ ਮਾਰ ਦਿੱਤਾ ਲਖਵੀਰ ਨੂੰ, ਤੁਸੀਂ ਤਾਂ ਘਰ ਜਾਓ ਦੀ ਉਸ ਨੂੰ ਮੈਂ ਕਹਿੰਦੀ ਅਗਰ ਉਸ ਦੀ ਭੈਣ ਨੂੰ ਕੋਈ ਕੁਛ 10,000 ਰੁਪਇਆ ਦੇ ਦੇ ਉਹ ਤੁਹਾਡੀ ਗੱਲ ਕਰੇਗੀ। ਅਗਰ ਮੈਂ ਕਿਉਂਕਿ ਉਹ ਇੰਨੇ ਗਰੀਬ ਹੈ, ਇੰਨੇ ਲੋੜਵੰਦ ਹੈ, ਮਤਲਬ ਇੰਨੇ ਲੋੜਵੰਦ। ਉਹਦੀ ਭੈਣ ਡੋਮੈਸਟਿਕ ਵਰਕਰ ਆ, ਲੋਕਾਂ ਦੇ ਘਰੇ ਭਾਂਡੇ ਮਾਂਜਦੀ ਹੈ। ਪੰਜਾਬ ਦੇ ਵਿੱਚ 70 ਸਾਲਾਂ ਤੋਂ ਜ਼ਗੀਰਦਾਰੀ ਪ੍ਰਥਾ, ਜੱਟ ਪ੍ਰਥਾ ਕਾਮਯਾਬ ਆ। ਤੁਸੀਂ ਹਰਿਆਣੇ 'ਚ ਚਲੇ ਜਾਓ ਜੱਟ ਪ੍ਰਥਾ ਕਾਮਯਾਬ ਸੀ। ਤੁਸੀਂ ਵੈਸਟਰਨ UP 'ਚ ਚਲੇ ਜਾਓ ਜੱਟ ਪ੍ਰਥਾ ਕਾਮਯਾਬ ਸੀ। ਅਗਰ ਅੰਬੇਡਕਰ ਨਾ ਆਉਂਦਾ ਤਾਂ ਅੱਜ ਵੀ ਸਾਡਾ ਲੋਕ ਬੰਧੂਆ ਮਜ਼ਦੂਰੀ 'ਤੇ ਆ। ਕਿਆ ਕੋਈ ਬੰਧੂਆ ਮਜ਼ਦੂਰੀ ਦੇ ਖਿਲਾਫ ਐਕਟ ਹੈ? ਅਗਰ ਹੈ ਤਾਂ ਉਸ ਦੇ ਉੱਤੇ ਉਸ ਨੂੰ ਕਿਉਂ ਨਹੀਂ ਬੰਧੂਆ ਮਜ਼ਦੂਰੀ ਨੂੰ? ਮਜ਼੍ਹਬੀ ਸਿੰਘ ਦੀ ਅਸੀਂ ਗੱਲ ਕਰੀਏ, ਮਜ਼੍ਹਬੀ ਸਿੰਘ ਦਾ ਸਭ ਤੋਂ ਜ਼ਿਆਦਾ ਮਿਸਯੂਜ ਜੱਟ ਸੰਪਰਦਾਇ ਸੁਸਾਇਟੀ ਨੇ ਕਰਿਆ। ਕੀ ਕਹਿ ਰਹੇ ਹੋ? ਰਾਜਨੀਤੀ ਨੇ ਭੱਠਾ ਬਿਠਾਇਆ ਹੈ। ਬਿਲਕੁਲ ਸਿੱਖੀਜ਼ਮ ਦਾ ਅਲੱਗ ਹੈ, ਸਿੱਖੀਜ਼ਮ ਦਾ ਰਾਜਨੀਤਿਕ ਦਾ ਸੁਮੇਲ ਨਹੀਂ। ਗੁਰੂ ਸਾਹਿਬ ਨੇ ਕਿਹਾ ਕੋਈ ਕਿਸੇ ਕੋ ਰਾਜ ਨਾ ਦੇ ਜੋ ਲੈ ਨਿਸਬਲ